ਜੈਮਸੀ ਦੀ ਪਿਆਰੇ ਦਰਸ਼ਕੋ, ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭਨਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਚੰਗੇ ਭਲੇ ਹੋਵੋਗੇ। ਅਸੀਂ ਪਰਮੇਸ਼ਰ ਪਿਤਾ ਦਾ ਧੰਨਵਾਦ ਕਰਦੇ ਹਾਂ ਕਿ ਉਹਨੇ ਸਾਡੇ ਉੱਤੇ ਕਿਰਪਾ ਕੀਤੀ ਅਤੇ ਸਾਨੂੰ ਇੱਕ ਹੋਰ ਮੌਕਾ ਬਖਸ਼ਿਆ ਕਿ ਅਸੀਂ ਉਹਦੇ ਵਚਨ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ। ਦੋਸਤੋ, ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਕ੍ਰੋਧ ਅਤੇ ਮਾਫੀ ਦੇ ਵਿਸ਼ੇ ਉੱਤੇ ਅਧਿਐਨ ਕਰ ਰਹੇ ਸੀ। ਇਹ ਇੱਕ ਅਜਿਹਾ ਵਿਸ਼ਾ ਸੀ ਜਿਸ ਦੇ ਉੱਤੇ ਸਾਡਾ ਗੌਰ ਕੀਤਾ ਜਾਣਾ ਬਹੁਤ ਜ਼ਿਆਦਾ ਜ਼ਰੂਰੀ ਸੀਗਾ, ਕਿਉਂਕਿ ਜੇਕਰ ਇਸ ਨੂੰ ਸਹੀ ਤਰੀਕੇ ਨਾਲ ਨਹੀਂ ਨਜਿੱਠਿਆ ਜਾਂਦਾ ਤਾਂ ਅਸੀਂ ਆਪਣੇ ਅੰਦਰ ਪਰਮੇਸ਼ਰ ਦੇ ਆਨੰਦ ਨੂੰ ਪ੍ਰਾਪਤ ਨਹੀਂ ਕਰ ਸਕਦੇ ਹਾਂ ਅਤੇ ਸਾਡੇ ਆਪਸੀ ਰਿਸ਼ਤਿਆਂ ਕਰਕੇ ਸਾਡੇ ਆਤਮਿਕ ਜੀਵਨ ਉੱਤੇ ਇਸ ਦਾ ਇੱਕ ਬਹੁਤ ਹੀ ਬੁਰਾ ਪ੍ਰਭਾਵ ਪੈਂਦਾ ਹੈ। ਦੋਸਤੋ, ਅੱਜ ਅਸੀਂ ਇੱਕ ਹੋਰ ਨਵੇਂ ਵਿਸ਼ੇ ਦੇ ਅਧਿਐਨ ਨੂੰ ਤੁਹਾਡੇ ਸਾਹਮਣੇ ਪੇਸ਼ ਕਰਨ ਦੇ ਲਈ ਲੈ ਕੇ ਆਏ ਹਾਂ। ਇਹ ਵਿਸ਼ਾ ਵੀ ਬਹੁਤ ਹੀ ਗੰਭੀਰ ਅਤੇ ਧਿਆਨ ਦੇਣ ਲਾਇਕ ਹੈ। ਸਾਡੇ ਇਸ ਵਿਸ਼ੇ ਦਾ ਨਾਮ ਹੈ ਲਾਲਸਾ। ਲਾਲਸਾ ਦਾ ਅਰਥ ਹੈ ਕਿਸੇ ਪਰਾਏ ਮਰਦ ਜਾਂ ਔਰਤ ਦੇ ਨਾਲ ਨਾਜਾਇਜ਼ ਸੰਬੰਧ ਬਣਾਉਣਾ। ਇਸ ਵਿਸ਼ੇ ਦੀ ਰੂਪਰੇਖਾ ਇਸ ਪ੍ਰਕਾਰ ਹੈ। ਲਾਲਸਾ ਦਾ ਸਪਸ਼ਟੀਕਰਨ। ਇਸ ਦੇ ਵਿੱਚ ਅਸੀਂ ਜਿਹੜੇ ਪਹਿਲੂਆਂ ਉੱਤੇ ਗੌਰ ਕਰਾਂਗੇ ਉਹ ਹਨ: ਕਾਮ ਵਾਸਨਾ ਇੱਕ ਲਾਲਸਾ ਹੈ, ਕਾਮ ਵਾਸਨਾ ਦਾ ਲਾਲਚ ਇੱਕ ਲਾਲਸਾ ਹੈ, ਲਾਲਸਾ ਇੱਕ ਨਾਜਾਇਜ਼ ਸੰਬੰਧ ਹੈ। ਨੰਬਰ 2, ਲਾਲਸਾ ਦੀ ਮਹੱਤਵਤਾ। ਇਸ ਦੇ ਵਿੱਚ ਅਸੀਂ ਜਿਨ੍ਹਾਂ ਗੱਲਾਂ ਤੇ ਵਿਚਾਰ ਕਰਾਂਗੇ ਉਹਦੇ ਮੁੱਖ ਬਿੰਦੂ ਹਨ: ਲਾਲਸਾ ਪ੍ਰੇਮ ਦੇ ਨਿਯਮ ਦਾ ਇਨਕਾਰ ਕਰਦੀ ਹੈ। ਲਾਲਸਾ ਉਹ ਮਨੁੱਖ ਨੂੰ ਨਾਸ਼ ਕਰਦੀ ਹੈ ਜੋ ਇਸ ਦਾ ਅਭਿਆਸ ਕਰਦੇ ਹਨ। ਆਓ ਇਸ ਵਿਸ਼ੇ ਦੇ ਉੱਤੇ ਜਾਣਨ ਦੇ ਲਈ ਆਪਣੇ ਅਧਿਐਨ ਪ੍ਰੋਗਰਾਮ ਦੇ ਵਿੱਚ ਅੱਗੇ ਵਧਦੇ ਹਾਂ। ਪਰ ਇਸ ਤੋਂ ਪਹਿਲਾਂ ਪਰਮੇਸ਼ਰ ਦੇ ਵਚਨ ਦੇ ਲਈ ਆਪਣੇ ਮਨਾਂ ਨੂੰ ਤਿਆਰ ਕਰਨ ਦੇ ਲਈ ਸੁਣਦੇ ਹਾਂ ਇਹ ਮਸੀਹੀ ਭਜਨ। ਅੱਜ ਦੇ ਦਿਸ਼ਾ ਪਰਿਵਰਤਨ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਕਰਦਾ ਹਾਂ। ਅੱਜ ਦੇ ਪ੍ਰੋਗਰਾਮ ਦੀ ਰੂਪਰੇਖਾ ਇਸ ਤਰ੍ਹਾਂ ਹੈ: ਲਾਲਸਾ ਅਤੇ ਕਿਸੇ ਪਰਾਏ ਮਰਦ ਜਾਂ ਔਰਤ ਨਾਲ ਨਾਜਾਇਜ਼ ਸੰਬੰਧ ਬਣਾਉਣਾ। ਨੰਬਰ 1, ਲਾਲਸਾ ਦਾ ਸਪਸ਼ਟੀਕਰਨ। ਭਾਗ ਊੜਾ, ਕਾਮ ਵਾਸ਼ਨਾ ਇੱਕ ਲਾਲਸਾ ਹੈ। ਭਾਗ ਐੜਾ, ਕਾਮ ਵਾਸ਼ਨਾ ਦਾ ਲਾਲਚ ਇੱਕ ਲਾਲਸਾ ਹੈ। ਭਾਗ ਈੜੀ, ਲਾਲਸਾ ਇੱਕ ਨਾਜਾਇਜ਼ ਸੰਬੰਧ ਹੈ। ਨੰਬਰ 2, ਲਾਲਸਾ ਦੀ ਮਹੱਤਤਾ। ਭਾਗ ਊੜਾ, ਲਾਲਸਾ ਪ੍ਰੇਮ ਦੇ ਨਿਯਮ ਦਾ ਇਨਕਾਰ ਕਰਦੀ ਹੈ। ਭਾਗ ਐੜਾ, ਲਾਲਸਾ ਉਸ ਮਨੁੱਖ ਨੂੰ ਨਾਸ਼ ਕਰਦੀ ਹੈ ਜੋ ਇਸ ਦਾ ਅਭਿਆਸ ਕਰਦਾ ਹੈ। ਫੈਸਲਾ। ਨੰਬਰ 1, ਇਸ ਦੇ ਮੂਲ ਸੰਬੰਧੀ ਕਦਮ ਹੁਣੇ ਹੀ ਚੁੱਕ ਲਵੋ। ਨੰਬਰ 2, ਆਪਣੇ ਕੰਮਾਂ ਦੇ ਪ੍ਰਤੀ ਜ਼ਿੰਮੇਵਾਰੀ ਲਵੋ। ਨੰਬਰ 3, ਪੂਰਬ ਵਿੱਚ ਦਿੱਤੀਆਂ ਗਈਆਂ ਚੇਤਾਵਨੀਆਂ ਦਾ ਧਿਆਨ ਕਰੋ। ਨੰਬਰ 4, ਪਰਮੇਸ਼ਰ ਦੇ ਵਚਨਾਂ ਨੂੰ ਜ਼ਿਆਦਾ ਪੜ੍ਹਨਾ ਸ਼ੁਰੂ ਕਰੋ। ਨੰਬਰ 5, ਵੱਡੇ ਪ੍ਰੇਮ ਨੂੰ ਤਾਜ਼ਾ ਕਰਨਾ ਸ਼ੁਰੂ ਕਰੋ। ਮੈਂ ਚਾਹੁੰਦਾ ਹਾਂ ਤੁਸੀਂ ਆਪਣੇ ਆਪ ਨੂੰ ਆਪਣੀ ਇੱਕ ਮਨਪਸੰਦ ਆਰਾਮ ਦੀ ਜਗ੍ਹਾ 'ਤੇ ਲੈ ਚੱਲੋ। ਆਪਣੇ ਪੜੋਸੀ ਵੱਲ ਮੁੜੋ ਅਤੇ ਉਸ ਨੂੰ ਦੱਸੋ ਕਿ ਤੁਸੀਂ ਕਿੱਥੇ ਹੋ।
ਹੁਣ ਜਰਾ ਇੱਧਰ ਵੇਖੋ, ਮੈਨੂੰ ਇਹ ਪ੍ਰਸ਼ਨ ਪੁੱਛਣ ਦਵੋ, ਤੁਹਾਡੇ ਵਿੱਚੋਂ ਕਿੰਨੇ ਲੋਕ ਪਹਾੜ ਉੱਤੇ ਸੀ? ਤੁਹਾਡੇ ਵਿੱਚੋਂ ਕਿੰਨੇ ਲੋਕ ਯੂਨਾਈਟਿਡ ਸਟੇਟ ਤੋਂ ਬਾਹਰ ਸੀ? ਤੁਹਾਡੇ ਵਿੱਚੋਂ ਕਿੰਨੇ ਲੋਕ ਸਮੁੰਦਰ ਦੇ ਕਿਨਾਰੇ ਸੀ? ਤੁਹਾਡੇ ਵਿੱਚੋਂ ਕਿੰਨੇ ਲੋਕ ਰੇਗਿਸਤਾਨ ਵਿੱਚ ਸੀ? ਤੁਹਾਨੂੰ ਇਲਾਜ ਦੀ ਜ਼ਰੂਰਤ ਹੈ। ਮੇਰਾ ਰੇਗਿਸਤਾਨ ਦੇ ਬਾਰੇ ਵਿਚਾਰ ਹੈ ਕਿ ਇਹ ਉਹ ਜਗ੍ਹਾ ਹੈ ਜਿੱਥੇ ਯੀਸ਼ੂ ਮਸੀਹ ਨੂੰ ਲਲਚਾਉਣ ਲਈ ਸ਼ੈਤਾਨ ਲੈ ਗਿਆ। ਮੈਂ ਇਹ ਸਭ ਕੁਝ ਇਸ ਲਈ ਕੀਤਾ ਕਿ ਤੁਸੀਂ ਆਪਣੇ ਮਨ ਦੀ ਕਲਪਨਾ ਦੀ ਸ਼ਕਤੀ ਨੂੰ ਪਹਿਚਾਣ ਸਕੋ। ਕੀ ਇਸ ਤੇ ਵਿਸ਼ਵਾਸ ਕੀਤਾ ਜਾ ਸਕਦਾ ਹੈ ਕਿ ਇਸ ਤਰ੍ਹਾਂ ਤੁਸੀਂ ਆਪਣੀਆਂ ਅੱਖਾਂ ਬੰਦ ਕਰਕੇ ਆਪਣੇ ਆਪ ਨੂੰ ਭਾਵਨਾ ਵਿੱਚ ਆਪਣੀ ਮਨਪਸੰਦ ਜਗ੍ਹਾ ਤੇ ਲੈ ਗਏ? ਕੁਝ ਲੋਕਾਂ ਨੇ ਤਾਂ ਸਪਸ਼ਟ ਵੇਖਿਆ ਕਿ ਤੁਸੀਂ ਨਹੀਂ ਵੇਖਿਆ। ਤੁਸੀਂ ਜਗ੍ਹਾ ਵੇਖੀ ਜਿੱਥੇ ਤੁਸੀਂ ਕਦੇ ਸੀ। ਤੁਸੀਂ ਇਸ ਯੋਗ ਸੀ ਕਿ ਉਸ ਨੂੰ ਵੇਖ ਸਕੋ। ਮਨ ਦੀ ਕਲਪਨਾ ਦੀ ਸ਼ਕਤੀ ਉੱਪਰ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਪਰਮੇਸ਼ਰ ਨੇ ਇਹ ਸ਼ਕਤੀ ਸਾਨੂੰ ਕੁਝ ਚੰਗੇ ਅਤੇ ਕੁਝ ਬੁਰੇ ਕਾਰਨਾਂ ਲਈ ਦਿੱਤੀ ਹੈ। ਅੱਜ ਇਹ ਸੁੰਦਰ ਇਮਾਰਤਾਂ ਨਾ ਹੁੰਦੀਆਂ ਜੇ ਇਹਨਾਂ ਚੀਜ਼ਾਂ ਦੇ ਬਾਰੇ ਅਸੀਂ ਕਦੇ ਆਪਣੇ ਮਨ ਵਿੱਚ ਕਲਪਨਾ ਨਾ ਕਰਦੇ। ਅਜਾਇਬ ਘਰ ਦੇ ਅੰਦਰ ਹੀ ਖੂਬਸੂਰਤ ਚਰਿੱਤਰ ਕਲਾ ਵੇਖਣ ਨੂੰ ਨਾ ਮਿਲਦੀਆਂ ਜੇ ਅਸੀਂ ਇਹਨਾਂ ਬਾਰੇ ਕਦੀ ਕਲਪਨਾ ਨਾ ਕਰਦੇ। ਸੰਗੀਤ ਦੇ ਯੰਤਰ ਕਦੇ ਨਹੀਂ ਬਣ ਸਕਦੇ ਸੀ ਜੇ ਸੰਗੀਤਕਾਰ ਪਹਿਲੇ ਇਹਨਾਂ ਦੇ ਸੁਰ ਦੀ ਕਲਪਨਾ ਨਾ ਕਰਦੇ। ਮਨੁੱਖ ਆਪਣੀ ਕੰਪਨੀ ਨੂੰ ਉਸ ਸੱਤਰ ਤੱਕ ਨਾ ਲਿਜਾ ਸਕਦੇ ਜੇ ਪਹਿਲਾਂ ਉਹਨਾਂ ਨੇ ਇਸ ਦੀ ਕਲਪਨਾ ਨਾ ਕੀਤੀ ਹੁੰਦੀ। ਪਰ ਪਰਮੇਸ਼ਰ ਸਾਨੂੰ ਇਹ ਸਾਰੀਆਂ ਚੰਗੀਆਂ ਚੀਜ਼ਾਂ ਦਿੱਤੀਆਂ, ਪਰ ਇਹਨਾਂ ਦਾ ਇੱਕ ਪਾਸਾ ਗਲਤ ਦਿਸ਼ਾ ਵਿੱਚ ਵੀ ਲਿਜਾ ਸਕਦਾ ਹੈ। ਜਦ ਕਿ ਉਸ ਨੇ ਸਾਨੂੰ ਇਹ ਚੀਜ਼ਾਂ ਸਾਡੀ ਭਲਾਈ ਲਈ, ਸਕਾਰਾਤਮਕ ਵਿਚਾਰਾਂ ਲਈ, ਮੁਕਤੀ ਦੇਣ ਦੇ ਕੰਮਾਂ ਲਈ, ਪਰ ਸਾਡੀ ਆਤਮਾ ਦਾ ਵੈਰੀ ਪਰਮੇਸ਼ਰ ਦੇ ਇਸ ਤੋਹਫੇ ਨੂੰ ਆਪਣੇ ਕੰਮਾਂ ਲਈ ਇਸਤੇਮਾਲ ਕਰਨਾ ਚਾਹੁੰਦਾ ਹੈ। ਜੁਲਾਈ 21, 1976 ਵਿੱਚ ਜਿਮੀ ਕਾਰਟਰ, ਜੋ ਅਧਿਅਕਸ਼ ਪਦ ਦਾ ਉਮੀਦਵਾਰ ਸੀ, ਆਪਣੇ ਘਰ ਜਾਰਜੀਆ ਵਿੱਚ ਖੜਾ ਹੋ ਕੇ ਪੱਤਰਕਾਰਾਂ ਦੇ ਸਾਹਮਣੇ ਇਹ ਸਵੀਕਾਰ ਕਰਦਾ ਹੈ ਕਿ ਉਸ ਨੂੰ ਕਾਮ ਵਾਸਨਾ ਦੀ ਲਾਲਸਾ ਨਾਲ ਮੁਕਾਬਲਾ ਕਰਨਾ ਪੈਂਦਾ ਹੈ। ਜੋ ਉਸ ਨੇ ਆਖਿਆ, ਮੈਂ ਉਸ ਦਾ ਵਰਣਨ ਕਰਦਾ ਹਾਂ। ਮੈਂ ਕਈ ਔਰਤਾਂ ਵੱਲ ਲਾਲਸਾ ਨਾਲ ਵੇਖਿਆ। ਮੈਂ ਆਪਣੇ ਦਿਲ ਵਿੱਚ ਕਈ ਵਾਰ ਔਰਤਾਂ ਨਾਲ ਨਜਾਇਜ਼ ਸੰਬੰਧ ਬਣਾਏ। ਪਰਮੇਸ਼ਰ ਇਹ ਸਭ ਜਾਣਦਾ ਸੀ ਕਿ ਮੈਂ ਇਸ ਤਰ੍ਹਾਂ ਹੀ ਕਰਾਂਗਾ ਅਤੇ ਮੈਂ ਇਸ ਤਰ੍ਹਾਂ ਹੀ ਕੀਤਾ ਅਤੇ ਪਰਮੇਸ਼ਰ ਮੈਨੂੰ ਮਾਫ ਕਰਦਾ ਹੈ। ਕਾਰਟਰ ਦੁਆਰਾ ਆਪਣੇ ਦੋਸ਼ ਦਾ ਇਕਵਾਲੀਆ ਬਿਆਨ ਪੂਰੇ ਜਗਤ ਵਿੱਚ ਪ੍ਰਚਾਰ ਕੀਤਾ ਗਿਆ। ਪਲੇਬॉय ਮੈਗਜ਼ੀਨ ਨੇ ਇਸ ਨੂੰ ਆਪਣੇ ਲੇਖ ਦਾ ਮੁੱਖ ਮੁੱਦਾ ਬਣਾਇਆ ਅਤੇ ਇਸ ਤਰ੍ਹਾਂ ਪ੍ਰਚਾਰ ਕੀਤਾ, ਇੱਕ ਐਸੇ ਮਨੁੱਖ ਦੀ ਸੱਚਾਈ ਜੋ ਯੂਨਾਈਟਿਡ ਸਟੇਟ ਦਾ ਪ੍ਰੈਜ਼ੀਡੈਂਟ ਹੋਣ ਦੀ ਕੋਸ਼ਿਸ਼ ਵਿੱਚ ਹੈ, ਜੋ ਇਸ ਹੈਸੀਅਤ ਤੱਕ ਜਾਣਾ ਚਾਹੁੰਦਾ ਹੈ ਅਤੇ ਆਪਣੇ ਮਨ ਦੇ ਵਿਚਾਰਾਂ ਨੂੰ ਖੁੱਲ੍ਹ ਕੇ ਸਵੀਕਾਰ ਕਰਦਾ ਹੈ। ਪਰ 1976 ਦੀ ਇਸ ਬਾਰੇ ਇੱਕ ਗੱਲ ਅੱਛੀ ਹੈ ਕਿ ਜਿਨ੍ਹਾਂ ਲੋਕਾਂ ਨੇ ਇਸ ਦੇ ਬਾਰੇ ਸੁਣਿਆ ਅਤੇ ਇਸ ਬਾਰੇ ਲਿਖਿਆ ਕਿ ਅਸੀਂ ਸੋਚਦੇ ਹਾਂ ਕਿ ਇਹੋ ਜਿਹੀ ਬੇਵਕੂਫੀ ਗੱਲ ਆਪਣੇ ਜੀਵਨ ਵਿੱਚ ਕਦੀ ਨਹੀਂ ਸੁਣੀ। ਉਹਨਾਂ ਨੇ ਇਸ ਗੱਲ ਦਾ ਯਕੀਨ ਨਹੀਂ ਕੀਤਾ ਕਿ ਦੇਸ਼ ਦਾ ਇੰਨਾ ਵੱਡਾ ਆਦਮੀ ਇਸ ਤਰ੍ਹਾਂ ਦਾ ਵਿਸ਼ਵਾਸ ਰੱਖਦਾ ਹੈ ਅਤੇ ਆਪਣੀ ਪਤਨੀ ਦੇ ਇਲਾਵਾ ਕਿਸੇ ਹੋਰ ਨਾਲ ਵੀ ਕਾਮ ਵਾਸਨਾ ਦੇ ਬਾਰੇ ਸੋਚ ਸਕਦਾ ਹੈ। ਜਾਂ ਤਾਂ ਇਹ ਗੱਲ ਗਲਤ ਹੈ, ਨਹੀਂ ਤਾਂ ਪਰਮੇਸ਼ਰ ਕੋਲੋਂ ਮਾਫੀ ਮੰਗਣ ਦੀ ਜ਼ਰੂਰਤ ਹੈ। ਜਿਮੀ ਕਾਰਟਰ ਦੇ ਇਹ ਵਿਚਾਰ ਅੱਜ ਦੇ ਵਿਚਾਰ ਜੋ ਕਾਮ ਵਾਸਨਾ ਦੇ ਪ੍ਰਤੀ ਹਨ, ਉਹਨਾਂ ਨਾਲ ਮੇਲ ਨਹੀਂ ਖਾਂਦੇ ਅਤੇ ਲੋਕ ਇਸ ਦਾ ਵਿਸ਼ਵਾਸ ਨਹੀਂ ਕਰ ਸਕਦੇ। ਜੇ ਇਸ ਤਰ੍ਹਾਂ ਪਿਛਲੇ ਹਫ਼ਤੇ ਹੀ ਹੋਇਆ ਤਾਂ ਉਹ ਇਸ ਤਰ੍ਹਾਂ ਦੀ ਜ਼ਿੰਮੇਵਾਰੀ ਆਪਣੇ ਉੱਤੇ ਕਦੇ ਨਾ ਲੈਂਦਾ, ਜਿਸ ਤਰ੍ਹਾਂ ਪਹਿਲੇ 1976 ਵਿੱਚ ਜਿਮੀ ਕਾਰਟਰ ਦੇ ਨੈਤਿਕਤਾ ਦੇ ਨਾਲ ਆਪਣੇ ਉੱਪਰ ਲੈਂਦਾ ਹੈ। ਅੱਜ ਦੇ ਸਮਾਜ ਵਿੱਚ ਲਾਲਸਾ ਤੋਂ ਉੱਪਰ ਕੁਝ ਨਹੀਂ ਹੈ। ਅੱਜ ਦਾ ਸਮਾਜ ਲਾਲਸਾ ਨਾਲ ਭਰਿਆ ਹੋਇਆ ਹੈ ਅਤੇ ਇਸ ਬਾਰੇ ਗੱਲਬਾਤ ਕਰਨੀ ਹੀ ਮਨੋਰੰਜਨ ਸਮਝਿਆ ਜਾਂਦਾ ਹੈ। ਲਾਲਚ, ਪੇਟੂਪਨ ਅਤੇ ਕਾਮ ਵਾਸਨਾ ਦੀ ਇੱਛਾ ਦਾ ਹੀ ਪ੍ਰਚਾਰ ਚਾਰੋਂ ਹੀ ਪਾਸੇ ਹੋ ਰਿਹਾ ਹੈ। ਅੱਜ ਦੇ ਮਾਹੌਲ ਵਿੱਚ ਲਾਲਸਾ ਇੱਕ ਵੱਡਾ ਵਪਾਰ ਬਣ ਕੇ ਉੱਭਰ ਰਹੀ ਹੈ। ਟਿਮ ਸਟੇਫਰਡ ਆਪਣੀ ਇੱਕ ਕਿਤਾਬ ਵਿੱਚ ਇਸ ਤਰ੍ਹਾਂ ਲਿਖਦਾ ਹੈ, ਅੱਜ ਹਰੇਕ ਨੂੰ ਇੱਕ ਦਿਨ ਵਿੱਚ ਕਈ ਵਾਰ ਵੱਧਦੀ ਕਾਮ ਵਾਸਨਾ ਦਾ ਸਾਹਮਣਾ ਕਰਨਾ ਪੈਂਦਾ ਹੈ, ਜੋ ਅਕਸਰ ਉਹਨਾਂ ਦੇ ਵਿਚਾਰਾਂ ਵਿੱਚ ਉੱਠਦੀ ਰਹਿੰਦੀ ਹੈ। ਅੱਜ ਦੇ ਮਨੁੱਖ ਲਈ ਇਸ ਤਰ੍ਹਾਂ ਦੀ ਕਲਪਨਾ ਅਤੇ ਵਿਚਾਰ ਆਮ ਗੱਲ ਹੈ ਅਤੇ ਉਹ ਇਸ ਦੇ ਪ੍ਰਤੀ ਸਾਵਧਾਨ ਵੀ ਰਹਿਣੇ ਨਹੀਂ ਚਾਹੁੰਦੇ। ਪਰ ਯਿਸੂ ਇਸ ਬਾਰੇ ਜ਼ੋਰ ਦੇ ਕੇ ਆਖਦਾ ਹੈ। ਯਿਸੂ ਦੇ ਮਹਾਨ ਉਪਦੇਸ਼ ਵਿੱਚ ਇੱਕ ਉਪਦੇਸ਼ ਹੈ ਜੋ ਪਹਾੜ ਤੇ ਦਿੱਤਾ ਗਿਆ, ਜਿਸ ਨੂੰ ਮੱਤੀ ਨੇ ਅਧਿਆਏ 5 ਅਤੇ 6 ਵਿੱਚ ਸਾਡੇ ਲਈ ਲਿਖ ਦਿੱਤਾ। ਯਿਸੂ ਨੇ ਇਸ ਨੂੰ ਟਾਲਿਆ ਨਹੀਂ, ਇਸ ਲਈ ਅਸੀਂ ਵੀ ਨਹੀਂ ਟਾਲ ਸਕਦੇ। ਕਈ ਵਾਰ ਲੋਕ ਮੇਰੇ ਕੋਲ ਆ ਕੇ ਪੁੱਛਦੇ ਹਨ ਕਿ ਮੈਂ ਇਸ ਉੱਤੇ ਉਪਦੇਸ਼ ਕਿਉਂ ਦਿੰਦਾ ਹਾਂ। ਮੈਂ ਇਸ ਲਈ ਉਪਦੇਸ਼ ਦਿੰਦਾ ਹਾਂ ਕਿ ਤੁਹਾਨੂੰ ਆਉਣ ਵਾਲੇ ਸਮੇਂ ਵਿੱਚ ਇਸ ਦਾ ਸਾਹਮਣਾ ਕਰਨਾ ਹੈ। ਯਿਸੂ ਨੇ ਜੋ ਉਪਦੇਸ਼ ਦਿੱਤਾ ਉਹ ਉਸ ਸਮੇਂ ਦੇ ਲੋਕਾਂ ਲਈ ਹੀ ਨਹੀਂ ਸੀ,
ਪਰ ਆਉਣ ਵਾਲੇ ਲੋਕਾਂ ਨੂੰ ਵੀ ਇਸ ਦਾ ਸਾਹਮਣਾ ਕਰਨਾ ਸੀ। ਸੁਣੋ ਮੱਤੀ ਅਧਿਆਇ 5 ਦੀ 27 ਐਤ ਤੋਂ ਅੱਗੇ ਕੀ ਲਿਖਿਆ ਹੈ। ਤੁਸਾਂ ਸੁਣਿਆ ਹੈ ਜੋ ਇਹ ਕਿਹਾ ਗਿਆ ਸੀ, ਭਾਈ ਤੂੰ ਜਨਾਹ ਨਾ ਕਰ। 28 ਵਚਨ ਵਿੱਚ ਵੀ ਇਸ ਤਰ੍ਹਾਂ ਲਿਖਿਆ ਹੈ, ਪਰ ਮੈਂ ਤੁਹਾਨੂੰ ਆਖਦਾ ਜੋ ਕੋਈ ਤੀਵੀਂ ਨੂੰ ਬੁਰੀ ਇੱਛਾ ਕਰਕੇ ਵੇਖਦਾ ਹੈ ਸੋ ਤਦੋਂ ਹੀ ਆਪਣੇ ਮਨੋਂ ਉਹਦੇ ਨਾਲ ਜਨਾਹ ਕਰ ਚੁੱਕਾ ਹੈ। 29 ਵਚਨ, ਔਰ ਜੇ ਤੇਰੀ ਸੱਜੀ ਅੱਖ ਤੈਨੂੰ ਠੋਕਰ ਖਵਾਵੇ ਤਾਂ ਉਹਨੂੰ ਕੱਢ ਕੇ ਆਪਣੇ ਕੋਲੋਂ ਸੁੱਟ ਦੇ। ਜੋ ਤੇਰੇ ਲਈ ਇਹੋ ਹੀ ਭਲਾ ਹੈ ਕਿ ਤੇਰੇ ਅੰਗਾਂ ਵਿੱਚੋਂ ਇੱਕ ਦਾ ਨਾਸ਼ ਹੋਵੇ ਪਰ ਤੇਰਾ ਸਰੀਰ ਨਰਕ ਵਿੱਚ ਨਾ ਸੁੱਟਿਆ ਜਾਵੇ। 30 ਐਤ, ਅਤੇ ਜੇ ਤੇਰਾ ਸੱਜਾ ਹੱਥ ਠੋਕਰ ਖਵਾਵੇ ਤਾਂ ਉਹਨੂੰ ਵੱਢ ਕੇ ਆਪਣੇ ਕੋਲੋਂ ਸੁੱਟ ਦੇ, ਕਿਉਂ ਜੋ ਤੇਰੇ ਲਈ ਇਹੋ ਹੀ ਭਲਾ ਹੈ ਕਿ ਤੇਰੇ ਅੰਗਾਂ ਵਿੱਚੋਂ ਇੱਕ ਦਾ ਨਾਸ਼ ਹੋਵੇ ਪਰ ਤੇਰਾ ਸਾਰਾ ਸਰੀਰ ਨਰਕ ਵਿੱਚ ਨਾ ਜਾਵੇ। ਯਿਸੂ ਨੇ ਇਹ ਗੱਲ ਇਸ ਲਈ ਆਖੀ ਕਿ ਸੁਣਨ ਵਾਲੇ ਇਸ ਨੂੰ ਸਮਝ ਜਾਣ, ਕਿਉਂਕਿ ਉਹ ਪੁਰਾਣੇ ਨੇਮ ਨੂੰ ਮੰਨਦੇ ਸੀ ਜੋ ਜਨਾਹਕਾਰੀ ਦਾ ਵਿਰੋਧ ਕਰਦਾ ਸੀ। ਪਰ ਉਹ ਇਹਨਾਂ ਕਹਿ ਕੇ ਹੀ ਨਹੀਂ ਰੁਕ ਗਿਆ। ਉਹ ਜਨਾਹਕਾਰੀ ਦੇ ਬਾਰੇ ਬਾਹਰੀ ਰੂਪ ਤੋਂ ਅੱਗੇ ਵਧਦਾ ਹੈ ਅਤੇ ਇਸ ਸਮੱਸਿਆ ਆਦਿ ਮੂਲ ਜੜ ਦੇ ਬਾਰੇ ਦੱਸਦਾ ਹੈ ਅਤੇ ਕਾਮ ਵਾਸਨਾ ਦੀ ਪਵਿੱਤਰਤਾਈ ਦੇ ਬਾਰੇ ਗੱਲਬਾਤ ਕਰਦਾ ਹੈ। ਉਹ ਆਪਣੇ ਸੁਣਨ ਵਾਲਿਆਂ ਨੂੰ ਸਮਝਾਉਂਦਾ ਹੈ ਕਿ ਜਨਾਹਕਾਰੀ ਸਿਰਫ ਸਰੀਰ ਦਾ ਹੀ ਕੰਮ ਨਹੀਂ, ਇਸ ਤੋਂ ਵੱਧ ਕੋਈ ਹੋਰ ਵੀ ਚੀਜ਼ ਹੈ। ਇਹ ਹੈ ਅੰਦਰ ਦੀ ਪਵਿੱਤਰਤਾਈ। ਇਹ ਪਵਿੱਤਰਤਾਈ ਕੇਵਲ ਸਰੀਰ ਦੀ ਹੀ ਨਹੀਂ ਪਰ ਤੁਹਾਡੇ ਦਿਮਾਗ ਦੀ ਵੀ ਹੈ। ਜੋ ਸ਼ਬਦ ਉਹ ਇਸ ਲੇਖ ਵਿੱਚ ਇਸਤੇਮਾਲ ਕਰਦਾ ਹੈ ਉਹ ਸ਼ਬਦ ਦਾ ਅਨੁਵਾਦ ਹੈ ਲਾਲਸਾ, ਜੋ ਇੱਕ ਯੂਨਾਨੀ ਸ਼ਬਦ ਹੈ ਜਿਸ ਦਾ ਅਰਥ ਹੈ ਇੱਛਾ ਕਰਨਾ। ਇਸ ਲੜੀ ਵਿੱਚ ਵੀ ਪਾਪ ਕਰਨ ਦੀ ਇੱਛਾ ਹੁੰਦੀ ਹੈ ਜਿਸ ਦਾ ਅਰਥ ਹੈ ਆਨੰਦ ਲਈ ਇੱਛਾ ਕਰਨਾ, ਲਾਭ ਲਈ ਇੱਛਾ ਕਰਨਾ, ਸ਼ਕਤੀ ਲਈ ਇੱਛਾ ਕਰਨਾ, ਮਾਨ ਸਨਮਾਨ ਲਈ ਇੱਛਾ ਕਰਨਾ ਅਤੇ ਕਾਮ ਵਾਸਨਾ ਦੀ ਪੂਰਤੀ ਲਈ ਇੱਛਾ ਕਰਨਾ, ਜਿਨ੍ਹਾਂ ਦੀ ਸੰਤੁਸ਼ਟੀ ਕਦੇ ਨਹੀਂ ਹੋ ਸਕਦੀ। ਸੰਖੇਪ ਵਿੱਚ ਲਾਲਸਾ ਨੂੰ ਬਾਈਬਲ ਦੱਸਦੀ ਹੈ ਉਹਨਾਂ ਚੀਜ਼ਾਂ ਦੀ ਇੱਛਾ ਕਰਨਾ ਜਿਨ੍ਹਾਂ ਨੂੰ ਪਰਮੇਸ਼ਰ ਮਨਾ ਕਰਦਾ ਹੈ। ਇਹ ਤੀਬਰ ਇੱਛਾ ਦਾ ਪਾਪ ਹੈ। ਇਸ ਨੂੰ ਪੌਲੁਸ ਆਪਣੀ ਪੱਤਰੀ ਵਿੱਚ ਸਰੀਰਕ ਲਾਲਸਾ ਆਖਦਾ ਹੈ। ਨੰਬਰ 1, ਲਾਲਸਾ ਦਾ ਸਪਸ਼ਟੀਕਰਨ। ਜਦ ਕੋਈ ਇਸ ਮੁੱਦੇ ਉੱਤੇ ਗੱਲਬਾਤ ਕਰਦਾ ਹੈ ਅਤੇ ਆਪ ਸ਼ਾਇਦ ਹੀ ਇਸ ਨੂੰ ਸਮਝਦਾ ਹੈ, ਉਸ ਨੂੰ ਸਪਸ਼ਟੀਕਰਨ ਦੀ ਜ਼ਰੂਰਤ ਹੈ। ਇਸ ਦਾ ਮਤਲਬ ਇਸ ਦੀ ਨਿਰੀਖਣ ਲਈ ਸਹਾਇਤਾ ਹੈ, ਜਿਸ ਤਰ੍ਹਾਂ ਕਿ ਅੱਜ ਮੈਂ ਬੋਲ ਰਿਹਾ ਹਾਂ। ਮੈਂ ਵਿਸ਼ਵਾਸ ਕਰਦਾ ਹਾਂ ਜੋ ਲੋਕ ਮੈਨੂੰ ਸੁਣ ਰਹੇ ਹਨ ਪ੍ਰੇਮ ਅਤੇ ਲਾਲਸਾ ਦਾ ਫਰਕ ਸਮਝ ਸਕਣ। ਕੁਝ ਇਸ ਨੂੰ ਜਾਣਨਾ ਚਾਹੁੰਦੇ ਹਨ, ਕੁਝ ਦੇ ਮਨ ਵਿੱਚ ਇਸ ਦੇ ਪ੍ਰਤੀ ਦਬਾਅ ਹੋਵੇ ਅਤੇ ਕੁਝ ਇਸ ਦੇ ਕਰਕੇ ਦੱਬੇ ਗਏ ਹੋਣ। ਜੇਲ੍ਹ ਵਿੱਚ ਜਿਸ ਤਰ੍ਹਾਂ ਅਕਸਰ ਹੋ ਜਾਂਦਾ ਹੈ, ਇਸ ਦੇ ਪ੍ਰਤੀ ਬਹੁਤ ਗਲਤਫਹਿਮੀ ਹੈ ਅਤੇ ਇਹ ਇਸ ਲਈ ਹੈ ਕਿਉਂਕਿ ਸਿੱਖਿਆ ਸਪਸ਼ਟ ਨਹੀਂ ਹੈ। ਲੋਕਾਂ ਦੇ ਮਨ ਵਿੱਚ ਇਸ ਬਾਰੇ ਪ੍ਰਸ਼ਨ ਜ਼ਿਆਦਾ ਹਨ ਪਰ ਉੱਤਰ ਘੱਟ। ਇਸ ਲਈ ਮੈਨੂੰ ਇਸ ਦਾ ਮੂਲ ਸਾਰ ਅਤੇ ਮਹੱਤਵ ਨੂੰ ਦੱਸਣ ਦਿਓ। ਭਾਗ ਊੜਾ, ਕਾਮ ਵਾਸਨਾ ਇੱਕ ਲਾਲਸਾ ਹੈ। ਪ੍ਰਸ਼ਨ ਨੰਬਰ 1, ਕੀ ਕਾਮ ਵਾਸਨਾ ਇੱਕ ਲਾਲਸਾ ਹੈ? ਇਸ ਦਾ ਸਹੀ ਉੱਤਰ ਹੈ ਨਹੀਂ। ਅਗਰ ਇਹ ਇਸ ਤਰ੍ਹਾਂ ਹੁੰਦਾ ਸਾਡੇ ਵਿੱਚੋਂ ਕੋਈ ਨਾ ਹੁੰਦਾ। ਕਾਮ ਵਾਸਨਾ ਪਰਮੇਸ਼ਰ ਦਾ ਇੱਕ ਤੋਹਫਾ ਹੈ ਅਤੇ ਮਨੁੱਖ ਜਾਤੀ ਨੂੰ ਇਹ ਬੱਚੇ ਪੈਦਾ ਕਰਨ ਲਈ ਦਿੱਤਾ ਹੈ। ਬਾਈਬਲ ਕਾਮ ਵਾਸਨਾ ਦੀ ਇੱਛਾ ਅਤੇ ਕਾਮ ਵਾਸਨਾ ਦੇ ਅੰਤਰ ਨੂੰ ਸਪਸ਼ਟ ਸਮਝਦੀ ਹੈ। ਕਾਮ ਵਾਸਨਾ ਇੱਛਾ ਦਾ ਪਰਮੇਸ਼ਰ ਦੀ ਯੋਜਨਾ ਦੀ ਜੜ ਹੈ ਜੋ ਉਸਨੇ ਜਗਤ ਦੀ ਰਚਨਾ ਕਰਨ ਲਈ ਬਣਾਈ। ਪਰ ਕਾਮ ਵਾਸਨਾ ਦੀ ਲਾਲਸਾ ਤਾਂ ਮਨੁੱਖ ਦੇ ਪਤਨ ਦੀ ਜੜ ਹੈ। ਲਾਲਸਾ ਇੱਕ ਤੀਬਰ ਇੱਛਾ ਹੈ ਜੋ ਬੇਕਾਬੂ ਹੋ ਕੇ ਇੱਕਦਮ ਸੰਤੁਸ਼ਟੀ ਚਾਹੁੰਦੀ ਹੈ। ਲਾਲਸਾ ਕਈ ਤਰੀਕਿਆਂ ਦੀ ਹੁੰਦੀ ਹੈ, ਜਿਸ ਤਰ੍ਹਾਂ ਭੋਜਨ ਲਈ, ਅਲਕੋਹਲ ਲਈ, ਖੇਡਣ ਦੇ ਲਈ, ਫੈਸ਼ਨ ਲਈ, ਸਫਲਤਾ ਪ੍ਰਾਪਤ ਕਰਨ ਲਈ ਜਾਂ ਕਾਮ ਵਾਸਨਾ ਦੀ ਪੂਰਤੀ ਲਈ। ਇਹ ਖਤਰਨਾਕ ਹੈ ਜੇ ਇਹ ਸਵਾਰਥ ਪੂਰਤੀ ਲਈ ਹੈ ਜਾਂ ਦੂਜਿਆਂ ਦੀ ਜ਼ਰੂਰਤ ਬਾਰੇ ਨਹੀਂ ਸੋਚਦੀ। ਕਾਮ ਵਾਸਨਾ ਇੱਛਾ ਅੱਛੀ ਹੈ, ਕਾਮ ਵਾਸਨਾ ਦੀ ਲਾਲਸਾ ਬੁਰੀ ਹੈ। ਬਾਈਬਲ ਦੱਸਦੀ ਹੈ ਸ਼ਾਦੀ ਦਾ ਵਿਛੋਣਾ ਨਿਸ਼ਕਲੰਕ ਹੋਵੇ। ਪਰਮੇਸ਼ਰ ਉਦੇਸ਼ ਦਿੰਦਾ ਹੈ ਕਿ ਪਤੀ ਪਤਨੀ ਵਿੱਚ ਪਿਆਰ ਹੋਵੇ, ਪਰ ਲਾਲਸਾ ਉਹ ਚੀਜ਼ ਹੈ ਜੋ ਪਰਮੇਸ਼ਰ ਦੇ ਤੋਹਫੇ ਦਾ ਵਿਰੋਧ ਕਰਦੀ ਹੈ। ਲਾਲਸਾ ਉਹ ਚੀਜ਼ ਹੈ ਅਤੇ ਉਸ ਨੂੰ ਲੈ ਲੈਂਦੀ ਹੈ ਜੋ ਪਰਮੇਸ਼ਰ ਨੇ ਸ਼ਾਦੀशुदा ਜੋੜੇ ਨੂੰ ਦਿੱਤਾ ਹੈ ਅਤੇ ਉਹਨਾਂ ਦੇ ਆਪਸੀ ਸੰਬੰਧ ਦਾ ਨਾਸ਼ ਕਰ ਦਿੰਦੀ ਹੈ। ਇਹ ਇੱਕ ਬਹੁਤ ਵੱਡੀ ਸਮੱਸਿਆ ਹੈ, ਖਾਸ ਕਰਕੇ ਅੱਜ ਦੇ ਸਮਾਜ ਵਿੱਚ ਆਦਮੀਆਂ ਲਈ। ਭਾਗ ਐੜਾ, ਕੀ ਕਾਮ ਵਾਸਨਾ ਦਾ ਲਾਲਚ ਇੱਕ ਲਾਲਸਾ ਹੈ? ਪ੍ਰਸ਼ਨ ਨੰਬਰ 2, ਕੀ ਕਾਮ ਵਾਸਨਾ ਦਾ ਲਾਲਚ ਇੱਕ ਲਾਲਸਾ ਹੈ? ਯਿਸੂ ਇੱਥੇ ਕੋਈ ਗਲਤ ਗੱਲ ਨਹੀਂ ਆਖ ਰਿਹਾ। ਯਿਸੂ ਸਾਡੇ ਉਸ ਲਾਲਚ ਦੀ ਆਲੋਚਨਾ ਨਹੀਂ ਕਰ ਰਿਹਾ ਜੋ ਸਾਡੀ ਆਪਣੀ ਮਰਜ਼ੀ ਨਾਲ ਆਪਣੇ ਹੀ ਆਪ ਆ ਜਾਂਦਾ ਹੈ। ਉਹ ਤਾਂ ਸਿਰਫ ਆਖ ਰਿਹਾ ਸੀ ਜੇ ਅਸੀਂ ਆਪਣੇ ਦਿਮਾਗ ਨਾਲ ਇਸ ਦਾ ਆਨੰਦ ਲੈਂਦੇ ਹਾਂ ਤਾਂ ਇਸ ਲਈ ਕੋਈ ਮਾਫੀ ਨਹੀਂ।
ਜਾਂ ਆਪਣੀ ਸਰੀਰਕ ਕਿਰਿਆ ਦੁਆਰਾ ਇਸ ਨੂੰ ਪ੍ਰਗਟ ਕਰਦੇ ਹਾਂ ਤਾਂ ਐਸੀ ਅਨੈਤਿਕਤਾ ਦੇ ਦੋਸ਼ੀ ਨਿਯਮ ਦੇ ਅਨੁਸਾਰ ਠਹਿਰੇ ਜਾਂਦੇ ਹਨ। ਥੋੜ੍ਹੇ ਸਮੇਂ ਦੀ ਸੋਚ ਜਿਹੜੀ ਛੇਤੀ ਹੀ ਖਤਮ ਹੋ ਜਾਂਦੀ ਹੈ, ਸਾਡੇ ਮਨ ਵਿੱਚ ਆ ਕੇ ਨਿਕਲ ਜਾਂਦੀ ਹੈ, ਤਾਂ ਅਸੀਂ ਉਸ ਦਾ ਇਨਕਾਰ ਛੇਤੀ ਕਰ ਦਿੰਦੇ ਹਾਂ। ਇਹ ਪਾਪ ਨਹੀਂ ਹੈ, ਇਹ ਲਲਚਾਉਣਾ ਹੈ। ਇਬਰਾਨੀਆਂ 4:15 ਵਚਨ। ਯਿਸੂ ਵੀ ਸਾਡੇ ਵਾਂਗੂ ਪਰਤਿਆਇਆ ਗਿਆ, ਪਰ ਉਹ ਪਾਪ ਤੋਂ ਰਾਹਿਤ ਰਿਹਾ। ਇਹ ਹੋ ਸਕਦਾ ਹੈ, ਧਰਮ ਸ਼ਾਸਤਰ ਆਖਦਾ ਹੈ, ਲਲਚਾਉਣਾ ਵੀ ਬਿਨਾਂ ਪਾਪ ਦੇ ਹੋ ਸਕਦਾ ਹੈ। ਪਾਪ ਤਦ ਹੁੰਦਾ ਹੈ ਜਦ ਅਸੀਂ ਖਿਨਪੂਰਕ ਵਿਚਾਰ ਨੂੰ ਆਪਣੇ ਮਨ ਵਿੱਚ ਜਗ੍ਹਾ ਦੇ ਦਿੰਦੇ ਹਾਂ, ਜਦ ਇਹ ਸਾਡੇ ਵਿਚਾਰਾਂ 'ਤੇ ਹੁਕੂਮਤ ਕਰਨ ਲੱਗ ਪੈਂਦਾ ਹੈ। ਮਾਰਟਨ ਲੂਥਰ ਜੋ ਜਰਮਨ ਦਾ ਅਧਿਆਤਮਵਾਦੀ ਸੀ, ਜੋ ਉਸਨੇ ਇਸ ਬਾਰੇ ਇੱਕ ਬੜੀ ਚੰਗੀ ਗੱਲ ਲਿਖੀ। ਮੈਂ ਆਪਣੇ ਸਿਰ ਦੇ ਉੱਤੇ ਉੜਦੇ ਹੋਏ ਪੰਛੀਆਂ ਨੂੰ ਨਹੀਂ ਰੋਕ ਸਕਦਾ, ਪਰ ਮੈਂ ਉਹਨਾਂ ਨੂੰ ਆਪਣੇ ਸਿਰ ਦੇ ਵਾਲਾਂ ਵਿੱਚ ਘੌਂਸਲਾ ਬਣਾਉਣ ਤੋਂ ਰੋਕ ਸਕਦਾ ਹਾਂ। ਯਿਸੂ ਇਸ ਗੱਲ ਦੀ ਨਿੰਦਾ ਨਹੀਂ ਕਰਦਾ ਕਿ ਤੁਹਾਡੇ ਮਨ ਵਿੱਚ ਪਾਪ ਕਰਨ ਦਾ ਲਾਲਚ ਆਇਆ, ਪਰ ਤੁਹਾਡਾ ਮਨ ਦਾ ਉਸ ਅੱਗੇ ਝੁਕ ਜਾਣਾ ਪਾਪ ਹੈ। ਲਾਲਸਾ ਕੋਈ ਐਸੀ ਚੀਜ਼ ਨਹੀਂ ਜੋ ਇੱਕਦਮ ਘਟ ਜਾਂਦੀ ਹੈ। ਇਹ ਤਾਂ ਇੱਕ ਇੱਛਾ ਹੈ। ਇਹ ਤਾਂ ਇੱਛਾ ਦਾ ਇੱਕ ਕੰਮ ਹੈ ਜੋ ਤੁਹਾਡੇ ਮਨ ਵਿੱਚ ਲਾਲਚ ਭਰੇਗੀ। ਹਰ ਸਮੱਸਿਆ ਦੇ ਸ਼ੁਰੂਆਤ ਵਿੱਚ ਅਸੀਂ ਆਪਣੇ ਆਪ ਤੇ ਕਾਬੂ ਰੱਖ ਸਕਦੇ ਹਾਂ ਅਤੇ ਸਾਡੇ ਅੰਦਰ ਸ਼ਕਤੀ ਹੈ ਕਿ ਅਸੀਂ ਇਸ ਨੂੰ ਕਹੀਏ ਜਾਂ ਇਸ ਲਈ ਇਹ ਸਹੀਏ ਕਿ ਕਾਮ ਵਾਸਨਾ ਦੀ ਇੱਛਾ, ਲਾਲਸਾ। ਕਈ ਵਾਰ ਕੱਟੜਪੰਥੀ ਇਸ ਤਰ੍ਹਾਂ ਆਖਦੇ ਹਨ ਅਤੇ ਕਾਮ ਵਾਸਨਾ ਨੂੰ ਇਸ ਤਰ੍ਹਾਂ ਲੈਂਦੇ ਹਨ ਕਿ ਜਿਸ ਤਰ੍ਹਾਂ ਇਹ ਗੰਦੀ ਚੀਜ਼ ਹੈ। ਸ਼ਾਦੀशुदा ਜੋੜੇ ਦੇ ਪ੍ਰਤੀ ਵੀ ਇੰਜ ਦਾ ਹੀ ਵਿਚਾਰ ਰੱਖਦੇ ਹਨ। ਬਾਈਬਲ ਇਸ ਨੂੰ ਠੀਕ ਨਹੀਂ ਆਖਦੀ। ਬਾਈਬਲ ਦੱਸਦੀ ਹੈ, ਸਹੀ ਜਗ੍ਹਾ ਤੇ ਕਾਮ ਵਾਸਨਾ ਦੀ ਇੱਛਾ ਕਰਨਾ ਸ਼ਾਦੀ ਦੀ ਵਾਚਾ ਦੇ ਅਨੁਸਾਰ ਇੱਕ ਅੱਛੀ ਗੱਲ ਹੈ। ਬਾਈਬਲ ਇਸ ਤਰ੍ਹਾਂ ਨਹੀਂ ਆਖਦੀ ਕਿ ਲਲਚਾਉਣਾ ਲਾਲਸਾ ਹੈ। ਅੱਜ ਦੇ ਇਸ ਜਗਤ ਵਿੱਚ ਰਹਿਣਾ ਮੁਸ਼ਕਲ ਹੋ ਜਾਵੇਗਾ ਜੇ ਅਸੀਂ ਕਹੀਏ ਕਿ ਖਿਨ ਪਗੂਰੂ ਵਿਚਾਰ ਨਾ ਹੋਣ। ਜੇ ਅਸੀਂ ਇਹਨਾਂ ਛਿਨ ਪਗੂਰ ਵਿਚਾਰਾਂ ਵਿੱਚ ਸ਼ਾਮਲ ਨਹੀਂ ਹੁੰਦੇ ਤਾਂ ਇਹ ਲਾਲਸਾ ਦਾ ਪਾਪ ਨਹੀਂ ਹੈ। ਭਾਗ ਈੜੀ। ਕੀ ਲਾਲਸਾ ਇੱਕ ਨਜਾਇਜ਼ ਸੰਬੰਧ ਹੈ? ਪ੍ਰਸ਼ਨ ਨੰਬਰ 3। ਕੀ ਲਾਲਸਾ ਇੱਕ ਨਜਾਇਜ਼ ਸੰਬੰਧ ਹੈ? ਕਿ ਧਰਮ ਸ਼ਾਸਤਰ ਵਿੱਚ ਯਿਸੂ ਇਸ ਤਰ੍ਹਾਂ ਕਹਿ ਰਿਹਾ ਹੈ ਕਿ ਦਿਮਾਗ ਦੀ ਜਨਾਹਕਾਰੀ ਅਤੇ ਇਸ ਦੀ ਸਰੀਰਕ ਕਿਰਿਆ ਦੇ ਵਿੱਚ ਕੋਈ ਅੰਤਰ ਨਹੀਂ ਹੈ? ਨਹੀਂ, ਉਹ ਆਖ ਰਿਹਾ ਹੈ ਕਿ ਦੋਵੇਂ ਹੀ ਪਾਪ ਹਨ, ਦੋਨੋਂ ਹੀ ਨਜਾਇਜ਼ ਸੰਬੰਧ ਹਨ। ਉਸ ਦੇ ਕਹਿਣ ਦਾ ਮਤਲਬ ਹੈ ਕਿ ਜੇ ਤੁਸੀਂ ਆਪਣੇ ਮਨ ਵਿੱਚ ਪਾਪ ਕਰਦੇ ਹੋ ਤਾਂ ਤੁਸੀਂ ਅੱਗੇ ਵਧੋ, ਆਪਣੇ ਸਰੀਰ ਨਾਲ ਵੀ ਉਹੀ ਕੰਮ ਕਰਦੇ ਹੋ। ਜੋ ਉਹ ਕਹਿ ਰਿਹਾ ਹੈ ਉਹ ਇਹ ਹੈ ਕਿ ਜੇ ਤੁਸੀਂ ਸੋਚ ਰਹੇ ਹੋ ਕਿ ਤੁਸੀਂ ਠੀਕ ਹੋ ਕਿਉਂਕਿ ਤੁਸੀਂ ਸਰੀਰਕ ਪਾਪ ਨਹੀਂ ਕੀਤਾ, ਤੁਸੀਂ ਪੂਰੀ ਤਰ੍ਹਾਂ ਗਲਤ ਹੋ। ਤੁਸੀਂ ਆਪਣੇ ਦਿਮਾਗ ਅਤੇ ਆਪਣੇ ਸਰੀਰ ਦੋਹਾਂ ਲਈ ਪਰਮੇਸ਼ਰ ਨੂੰ ਜਵਾਬ ਦੇਣਾ ਹੈ। ਸਾਨੂੰ ਇਸ ਗੱਲ ਦਾ ਅਹਿਸਾਸ ਕਰਨਾ ਹੈ ਕਿ ਸ਼ਾਸਤਰ ਸਰੀਰਕ ਅਨੈਤਿਕਤਾ ਨੂੰ ਕਠੋਰਤਾ ਨਾਲ ਲੈਂਦਾ ਹੈ। ਇਹ ਤਾਂ ਅੱਛੀ ਗੱਲ ਹੈ ਕਿ ਅਸੀਂ ਪੁਰਾਣੇ ਨੇਮ ਵਿੱਚ ਨਹੀਂ ਰਹਿ ਰਹੇ। ਜਿਨ੍ਹਾਂ ਲੋਕਾਂ ਨੇ ਜਨਾਹਕਾਰੀ ਕੀਤੀ ਉਹਨਾਂ ਨੂੰ ਮੌਤ ਦੀ ਸਜ਼ਾ ਮਿਲੀ। ਨਵੇਂ ਨੇਮ ਵਿੱਚ ਸ਼ਾਸਤਰ ਆਖਦਾ ਹੈ, ਜੇ ਕੋਈ ਮਨੁੱਖ ਅਨੈਤਿਕਤਾ ਵਿੱਚ ਹੈ ਤਾਂ ਉਹ ਆਤਮਿਕ ਅਗੂਆ ਹੋਣ ਦੇ ਯੋਗ ਨਹੀਂ। ਹੁਣ ਜੇ ਸਰੀਰਕ ਅਤੇ ਮਾਨਸਿਕ ਦੋਨੇ ਇੱਕੋ ਜਿਹੇ ਹਨ ਤਾਂ ਐਸੇ ਕੁਝ ਲੋਕ ਹੀ ਹੋਣਗੇ, ਤਾਂ ਕੋਈ ਅਗੂਏ ਵੀ ਨਹੀਂ ਹੋ ਸਕਦਾ। ਸਰੀਰਕ ਕਿਰਿਆ ਲਈ ਹਮੇਸ਼ਾ ਇੱਕ ਤੋਂ ਜ਼ਿਆਦਾ ਵਿਅਕਤੀ ਹੋਣਾ ਜ਼ਰੂਰੀ ਹੈ। ਹਮੇਸ਼ਾ ਹੀ ਇੱਕ ਤੋਂ ਜ਼ਿਆਦਾ ਹੁੰਦੇ ਹਨ, ਕੋਈ ਦੂਸਰਾ ਪਰਿਵਾਰ, ਮਿੱਤਰ ਅਤੇ ਇਸ ਤਰ੍ਹਾਂ ਸਾਰੇ। ਯਿਸੂ ਦੋ ਹੀ ਨਹੀਂ ਕਹਿ ਰਿਹਾ, ਪਰ ਉਹ ਕਹਿ ਰਿਹਾ ਹੈ ਕਿ ਆਪਣੇ ਹੀ ਪਰਿਵਾਰ ਵਿੱਚ ਤੁਸੀਂ ਮਾਨਸਿਕ ਜਨਾਹਕਾਰੀ ਦੇ ਮਾਹੌਲ ਵਿੱਚ ਹੁੰਦੇ ਹੋ ਅਤੇ ਇਹ ਪਾਪ ਹੈ। ਇਹ ਛੁਪਿਆ ਹੋਇਆ ਵਿਚਾਰ ਕਿਸੇ ਕੰਮ ਨੂੰ ਪ੍ਰਗਟ ਕਰ ਦਿੰਦਾ ਹੈ। ਜੇ ਤੁਸੀਂ ਆਪਣੇ ਮਨ ਦੇ ਛੁਪੇ ਹੋਏ ਵਿਚਾਰ ਦਾ ਸਾਹਮਣਾ ਕਰ ਲਵੋ ਤਾਂ ਆਉਣ ਵਾਲੀਆਂ ਪਰੇਸ਼ਾਨੀਆਂ ਨਹੀਂ ਆਉਣਗੀਆਂ। ਇਸ ਤਰ੍ਹਾਂ ਦੇ ਵਿਚਾਰ ਬਹੁਤ ਪਹਿਲਾਂ ਹੀ ਆ ਕੇ ਤੁਹਾਡੇ ਮਨ ਵਿੱਚ ਤੁਹਾਨੂੰ ਘਬਰਾ ਦਿੰਦੇ ਹਨ ਅਤੇ ਛਿਪ ਕੇ ਮੌਕੇ ਦੀ ਤਾਕ ਵਿੱਚ ਬੈਠੇ ਰਹਿੰਦੇ ਹਨ। ਇਹੀ ਇੱਕ ਮੁੱਦਾ ਹੈ ਜਿਸ ਬਾਰੇ ਯਿਸੂ ਦੱਸਦਾ ਹੈ ਅਤੇ ਇਸ ਮੁੱਦੇ ਉੱਤੇ ਹੀ ਯਿਸੂ ਉਪਦੇਸ਼ ਦੇ ਰਿਹਾ ਹੈ। ਮੈਂ ਇਸ ਗੱਲ ਦਾ ਉਸ਼ਕ ਨਹੀਂ ਕਿ ਤੁਹਾਡੇ ਆਸ-ਪਾਸ ਸਹੀ ਮੀਟਰ ਲਗਾ ਕੇ ਜਾਣ ਸਕਾਂ ਕਿ ਤੁਸੀਂ ਕਿੰਨੇ ਧਰਮੀ ਹੋ। ਮੈਂ ਤਾਂ ਇੱਕ ਸਹੀ ਮੀਟਰ ਤੁਹਾਡੇ ਦਿਲ ਤੇ ਲਗਾਉਣਾ ਚਾਹੁੰਦਾ ਹਾਂ, ਤਦ ਅਸੀਂ ਵੇਖ ਸਕਾਂਗੇ ਕਿ ਤੁਸੀਂ ਕਿਸ ਤਰ੍ਹਾਂ ਖੜੇ ਹੋ। ਫਰੀਸੀ ਤੁਰਦੇ ਫਿਰਦੇ ਲੋਕਾਂ ਨੂੰ ਮਹਾਨ ਨਜ਼ਰ ਆਉਂਦੇ ਸਨ। ਕੁਝ ਲੋਕ ਆਪਣੇ ਦਿਲ ਨਾਲ ਉਹਨਾਂ ਦੇ ਬਾਰੇ ਦੱਸ ਸਕਦੇ ਹਨ। ਤੁਸੀਂ ਉਹਨਾਂ ਕੋਲੋਂ ਜਾਣ ਸਕਦੇ ਹੋ ਕਿ ਉਹ ਬਹੁਤ ਧਰਮੀ ਨਜ਼ਰ ਆਉਂਦੇ ਸੀ, ਪਰ ਉਹਨਾਂ ਦੇ ਅੰਦਰ ਅਸਲ ਧਾਰਮਿਕਤਾ ਨਹੀਂ ਸੀ। ਯਿਸੂ ਸਮਝਾਉਣਾ ਚਾਹੁੰਦਾ ਸੀ, ਤੁਹਾਡੇ ਬਾਹਰੀ ਦਿਖਾਵਾ ਜੋ ਲੋਕਾਂ ਨੂੰ ਆਪਣੇ ਵੱਲ ਖਿੱਚਦਾ ਹੈ ਉਹ ਠੀਕ ਨਹੀਂ। ਪਰਮੇਸ਼ਰ ਦੇ ਰਾਜ ਲਈ ਧਾਰਮਿਕਤਾ ਦਿਲੋਂ ਸ਼ੁਰੂ ਹੁੰਦੀ ਹੈ। ਨੰਬਰ 2, ਲਾਲਸਾ ਦੀ ਮਹੱਤਤਾ। ਭਾਗ ਊੜਾ। ਲਾਲਸਾ ਪ੍ਰੇਮ ਦੇ
ਨਿਯਮ ਦਾ ਇਨਕਾਰ ਕਰਦੀ ਹੈ। ਜੋ ਤੁਹਾਡੇ ਮਨ ਵਿੱਚ ਹੁੰਦਾ ਹੈ ਉਸ ਦੀ ਕੀ ਮਹੱਤਤਾ ਹੈ, ਕਿਉਂਕਿ ਕਿਸੇ ਨੂੰ ਆਪਣੇ ਮਨ ਦੇ ਵਿਚਾਰ ਦੇ ਪ੍ਰਤੀ ਸਾਵਧਾਨ ਰਹਿਣਾ ਚਾਹੀਦਾ ਹੈ। ਇਹੀ ਗੱਲ ਮੂਲ ਹੈ। ਅੱਜ ਦੇ ਜਗਤ ਦੇ ਵਿਚਾਰ ਹਨ, ਇੱਥੋਂ ਤੱਕ ਕਿ ਪ੍ਰਚਾਰ ਪ੍ਰਸਾਰ ਵਿੱਚ ਵੀ ਇਸ ਦੀ ਮਹੱਤਤਾ ਹੈ। ਅਫਸੋਸ ਦੀ ਗੱਲ ਹੈ, ਸਭ ਤੋਂ ਪਹਿਲਾਂ ਲਾਲਸਾ ਪ੍ਰੇਮ ਦੇ ਨਿਯਮ ਦਾ ਇਨਕਾਰ ਕਰਦੀ ਹੈ। ਪਰਮੇਸ਼ਰ ਨੇ ਸਾਡੀ ਰਚਨਾ ਪਵਿੱਤਰਤਾਈ ਵਿੱਚ ਕੀਤੀ ਹੈ। ਅਸੀਂ ਕੇਵਲ ਸਰੀਰ ਹੀ ਨਹੀਂ ਹਾਂ, ਅਸੀਂ ਸਰੀਰ ਹੀ ਹਾਂ, ਆਤਮਿਕ ਹਾਂ, ਸਾਡੀ ਬੁੱਧੀ ਹੈ, ਸਮਾਜਿਕ ਪ੍ਰਾਣੀ ਹੈ। ਲਾਲਸਾ ਸਾਡੇ ਜੀਵਨ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਉੱਤੇ ਨਜ਼ਰ ਰੱਖਦੀ ਹੈ। ਲਾਲਸਾ ਸੱਚਾਈ ਦਾ ਇਨਕਾਰ ਕਰਦੀ ਹੈ ਅਤੇ ਇਨਕਾਰ ਕਰਦੀ ਹੈ ਕਿ ਅਸੀਂ ਪਰਮੇਸ਼ਰ ਦੇ ਰੂਪ ਤੇ ਬਣਾਏ ਗਏ ਹਾਂ। ਲਾਲਸਾ ਸਾਨੂੰ ਪਿਛਲੇ ਸਮੇਂ ਵਿੱਚ ਲੈ ਜਾਂਦੀ ਹੈ ਕਿ ਉਸ ਸਮੇਂ ਦੇ ਵਿਅਕਤੀ ਕੀ ਮਹਿਸੂਸ ਕਰਦੇ ਸੀ ਅਤੇ ਕੀ ਸੋਚਦੇ ਸੀ। ਉਹ ਕਿੱਥੇ ਸਨ? ਉਹਨਾਂ ਨੇ ਜ਼ਿੰਦਗੀ ਦਾ ਸਫ਼ਰ ਕਿਸ ਤਰ੍ਹਾਂ ਤੈਅ ਕੀਤਾ? ਉਹਨਾਂ ਦਾ ਮਕਸਦ ਕੀ ਸੀ? ਇਹਨਾਂ ਦਾ ਬਾਹਰੀ ਰੂਪ ਦਿਖਾਉਂਦੀ ਹੈ। ਇਸ ਤਰ੍ਹਾਂ ਕਰਦੇ ਹੋਏ ਸਮਝਣਾ ਚਾਹੁੰਦੀ ਹੈ ਕਿ ਆਪਣੀ ਵਿਅਕਤੀ ਸੰਤੁਸ਼ਟੀ ਦਾ ਆਨੰਦ ਲਵੇ। ਜੇ ਤੁਸੀਂ ਇਸ ਨੂੰ ਪੜ੍ਹੋ ਕਿ ਇੱਕ ਔਰਤ ਇੱਕ ਬਦਕਾਰ ਵਿਅਕਤੀ ਦੇ ਬਾਰੇ ਕੀ ਆਖਦੀ ਹੈ, ਜਿਸ ਨੂੰ ਉਸ ਨਾਲ ਦਫ਼ਤਰ ਵਿੱਚ ਕੰਮ ਕਰਨਾ ਪੈਂਦਾ ਹੈ, ਤੁਸੀਂ ਇਸ ਤਰ੍ਹਾਂ ਸੁਣੋਗੇ, ਇਹ ਇੱਕ ਘਿਆਉਣਾ ਵਿਅਕਤੀ ਹੈ, ਇਸ ਨੇ ਮੈਨੂੰ ਬਹੁਤ ਹਲਕੀ ਔਰਤ ਸਮਝਿਆ ਹੈ। ਕਿਉਂ? ਇਹ ਗੱਲਾਂ ਨਿਰਾਸ਼ ਕਰਦੀਆਂ ਹਨ। ਆਦਮੀ ਕੀ ਸੀ ਅਤੇ ਕੀ ਬਣ ਗਿਆ ਹੈ? ਪਰਮੇਸ਼ਰ ਨੇ ਇਸ ਦੀ ਰਚਨਾ ਇਸ ਲਈ ਕੀਤੀ ਸੀ ਕਿ ਉਹ ਇੱਕ ਨੇਕ ਵਿਅਕਤੀ ਬਣੇ, ਕਿਉਂ ਜੋ ਪਰਮੇਸ਼ਰ ਨੇ ਉਸ ਨੂੰ ਆਪਣੇ ਰੂਪ ਤੇ ਬਣਾਇਆ ਸੀ ਅਤੇ ਉਹ ਉਸ ਨੂੰ ਪਿਆਰ ਕਰਦਾ ਹੈ। ਲਾਲਸਾ ਇਸ ਗੱਲ ਦਾ ਇਨਕਾਰ ਕਰਦੀ ਹੈ। ਲਾਲਸਾ ਬਜ਼ਾਰੂ ਔਰਤ ਬਣਾਉਣਾ ਚਾਹੁੰਦੀ ਹੈ ਅਤੇ ਇਹ ਪ੍ਰੇਮ ਦੇ ਨਿਯਮ ਦਾ ਇਨਕਾਰ ਕਰਦੀ ਸੀ। C.S. ਲੂਇਸ ਆਖਦਾ ਹੈ, ਅਸੀਂ ਸਭ ਤੋਂ ਜ਼ਿਆਦਾ ਇੱਕ ਅਪੱਗ ਮੁਹਾਵਰੇ ਇਸਤੇਮਾਲ ਕਰਦੇ ਹਾਂ ਜਦ ਇੱਕ ਲਾਲਸੀ ਵਿਅਕਤੀ ਨੂੰ ਇੰਜ ਕਹਿੰਦੇ ਹਾਂ, ਇੱਕ ਸ਼ਿਕਾਰੀ ਦੇ ਸਮਾਨ ਘੁੰਮਦਾ ਰਹਿੰਦਾ ਹੈ, ਕਿ ਉਸ ਨੂੰ ਇੱਕ ਔਰਤ ਚਾਹੀਦੀ ਹੈ। ਸੱਚ ਗੱਲ ਤਾਂ ਇਹ ਹੈ ਕਿ ਉਸ ਨੂੰ ਅਸਲ ਵਿੱਚ ਔਰਤ ਨਹੀਂ ਚਾਹੀਦੀ। ਉਹ ਸੰਤੁਸ਼ਟੀ ਚਾਹੁੰਦਾ ਹੈ ਜਿਸ ਦੀ ਪੂਰਤੀ ਸਿਰਫ ਔਰਤ ਹੀ ਪੂਰੀ ਕਰ ਸਕਦੀ ਹੈ। ਔਰਤ ਦੇ ਪ੍ਰਤੀ ਉਸ ਦੀ ਕੀ ਭਾਵਨਾ ਹੈ, ਉਹ ਉਸ ਦੇ ਸੰਤੁਸ਼ਟ ਹੋਣ ਦੇ 5 ਮਿੰਟ ਬਾਅਦ ਨਜ਼ਰ ਆ ਜਾਂਦੀ ਹੈ। ਇੱਕ ਵਿਅਕਤੀ ਜਿਸ ਤਰ੍ਹਾਂ ਸਿਗਰਟ ਪੀ ਕੇ ਖਾਲੀ ਡੱਬੀ ਸੰਭਾਲ ਕੇ ਨਹੀਂ ਰੱਖਦਾ, ਲਾਲਸੀ ਸੰਬੰਧ ਵਿੱਚ ਵੀ ਇਹੀ ਕੁਝ ਹੁੰਦਾ ਹੈ। ਉਹ ਪ੍ਰੇਮ ਨੂੰ ਵਧਾਉਣ ਦੇ ਬਦਲੇ ਨਫ਼ਰਤ ਨੂੰ ਵਧਾਉਂਦਾ ਹੈ। ਬਿਲਕੁਲ ਉਸ ਦਾ ਉਲਟ ਹੈ ਕਿ ਯਿਸੂ ਨੇ ਜਿਸ ਲਈ ਸਾਡੀ ਰਚਨਾ ਕੀਤੀ। ਲਾਲਸਾ ਪ੍ਰੇਮ ਦੇ ਨਿਯਮ ਨੂੰ ਤੋੜਦੀ ਹੈ। ਸਾਨੂੰ ਇੱਕ ਦੂਜੇ ਨਾਲ ਭੈਣ ਭਰਾ ਦੀ ਤਰ੍ਹਾਂ ਪਿਆਰ ਕਰਨਾ ਚਾਹੀਦਾ ਹੈ। ਇਹ ਇੱਕ ਮਹੱਤਵਪੂਰਨ ਗੱਲ ਹੈ। ਬਾਈਬਲ ਵਿੱਚ ਇਸ ਗੱਲ ਦਾ ਬਿਆਨ ਕਈ ਜਗ੍ਹਾ ਤੇ ਕੀਤਾ ਗਿਆ ਹੈ। ਉਸ ਵਿੱਚ ਇੱਕ ਲੇਖ ਹੈ ਜੋ ਔਰਤ ਦੇ ਬਾਰੇ ਇਸ ਤਰ੍ਹਾਂ ਬਿਆਨ ਕਰਦਾ ਹੈ ਕਿ ਉਹ ਸ਼ਕਲ ਅਤੇ ਸਰੀਰ ਵਿੱਚ ਬਹੁਤ ਸੁੰਦਰ ਸੀ। ਇਸ ਤਰ੍ਹਾਂ ਦੀ ਗੱਲ ਬਾਈਬਲ ਵਿੱਚ ਹੈ। ਤੁਹਾਨੂੰ ਜੀਵਨ ਇਸ ਤਰ੍ਹਾਂ ਨਹੀਂ ਜੀਣਾ ਕਿ ਤੁਸੀਂ ਸੁੰਦਰਤਾ ਵੱਲ ਨਾ ਵੇਖੋ। ਕੁਝ ਲੋਕ ਸ਼ਕਲ ਸੂਰਤ ਵਿੱਚ ਬਹੁਤ ਹੀ ਸੁੰਦਰ ਹੁੰਦੇ ਹਨ। ਪੁਰਾਣੇ ਨੇਮ ਵਿੱਚ ਬਾਈਬਲ ਦਾਊਦ ਬਾਰੇ ਬਿਆਨ ਕਰਦੀ ਹੈ। ਉਸ ਦਾ ਲਾਲ ਚਿਹਰਾ ਕਿੰਨਾ ਜਵਾਨ ਅਤੇ ਮਜ਼ਬੂਤ। ਇਹ ਬਿਆਨ ਦੱਸਦਾ ਹੈ ਕਿ ਉਹ ਖੂਬਸੂਰਤ ਸੀ। ਦਾਊਦ ਆਪਣੇ ਸਮੇਂ ਦਾ ਹੀਰੋ ਸੀ। ਉਹ ਇੱਕ ਗੀਤ ਗਾਉਂਦਾ ਸੀ ਜੋ ਬਹੁਤ ਪਸੰਦ ਕੀਤਾ ਜਾਂਦਾ ਸੀ। ਔਰਤਾਂ ਉਸ ਨੂੰ ਬਹੁਤ ਪਿਆਰ ਕਰਦੀਆਂ ਸਨ। ਇਸ ਲਈ ਨਹੀਂ ਕਿ ਉਹ ਇੱਕ ਮਹਾਨ ਨੇਤਾ ਸੀ, ਪਰ ਇਸ ਲਈ ਕਿ ਉਹ ਬਹੁਤ ਸੁੰਦਰ ਸੀ। ਸੁੰਦਰਤਾ ਦੀ ਵਡਿਆਈ ਕਰਨਾ ਗਲਤ ਨਹੀਂ ਹੈ। ਮਕਸਦ ਦੀ ਗੱਲ ਤਾਂ ਇਹ ਹੈ ਕਿ ਦੂਜੇ ਨੂੰ ਬਜ਼ਾਰੂ ਸਮਝ ਕੇ ਆਪਣੇ ਲਾਭ ਅਤੇ ਸੰਤੁਸ਼ਟੀ ਲਈ ਇਸਤੇਮਾਲ ਕਰਨਾ ਗਲਤ ਹੈ। ਮੈਂ ਉਹ ਪੱਤਰੀਆਂ ਪੜ੍ਹ ਰਿਹਾ ਸੀ ਜੋ ਪੌਲੁਸ ਨੇ ਤਿਮੋਥੀਅਸ ਨੂੰ ਲਿਖੀ। ਤਿਮੋਥੀਅਸ ਇੱਕ ਜਵਾਨ ਪਾਸਟਰ ਸੀ ਜਿਸ ਨੇ ਹੁਣੇ ਹੀ ਸੇਵਕਾਈ ਸ਼ੁਰੂ ਕੀਤੀ ਸੀ। ਚਰਚ ਵਾਸਤੇ ਸਹੀ ਜਗ੍ਹਾ ਨਹੀਂ ਸੀ। ਇਫਸੁਸ ਦੇ ਚਰਚ ਦਾ ਉਹ ਪਾਸਵਾਨ ਸੀ। ਜਿੱਥੇ ਡਿਆਨਾ ਦਾ ਮੰਦਰ ਸੀ, ਉੱਥੇ ਕਾਮ ਵਾਸਨਾ ਦਾ ਬਹੁਤ ਜ਼ੋਰ ਸੀ, ਜਿਸ ਦਾ ਉਸਨੇ ਸਾਹਮਣਾ ਕਰਨਾ ਸੀ। ਪੌਲੁਸ ਲਿਖ ਕੇ ਉਹਦੀ ਸਹਾਇਤਾ ਕਰਦਾ ਹੈ ਕਿ ਉਹ ਆਪਣੇ ਆਪ ਨੂੰ ਕਿਸ ਤਰ੍ਹਾਂ ਤਿਆਰ ਕਰੇ। ਪਹਿਲਾ ਤਿਮੋਥੀਅਸ ਅਧਿਆਇ 5। ਤਿਮੋਥੀਅਸ, ਮੈਂ ਤੈਨੂੰ ਦੱਸਣਾ ਚਾਹੁੰਦਾ ਹਾਂ ਕਿ ਔਰਤਾਂ ਨਾਲ ਕਿਸ ਤਰ੍ਹਾਂ ਵਿਹਾਰ ਕਰਨਾ ਹੈ। ਬੁੱਢੀਆਂ ਨੂੰ ਮਾਤਾ ਵਾਂਗਰ ਅਤੇ ਮੁਟਿਆਰਾਂ ਨੂੰ ਅਤ ਪਵਿੱਤਰਤਾਈ ਨਾਲ ਭੈਣ ਵਾਂਗੂ ਸਮਝਣਾ ਹੈ। ਪਰਮੇਸ਼ਰ ਦੇ ਰਾਜ ਲਈ ਸਾਡਾ ਕੀ ਹੋਵੇਗਾ ਜੇ ਅਸੀਂ ਪਿਛਲੀਆਂ ਲਿਖੀਆਂ ਗੱਲਾਂ ਤੇ ਅਮਲ ਨਹੀਂ ਕਰਦੇ। ਪਿਆਰੇ ਦਰਸ਼ਕੋ, ਅਸੀਂ ਤੁਹਾਡਾ ਸਭਨਾਂ ਦਾ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੇ ਨਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਖੀਰ ਤੱਕ ਬਣੇ ਰਹੇ। ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਦੋਸਤੋ, ਅੱਜ ਅਸੀਂ ਲਾਲਸਾ ਦੇ ਬਾਰੇ ਗੌਰ ਕਰ ਰਹੇ ਸੀ। ਅਸੀਂ ਜਾਣਿਆ ਕਿ ਅੱਜ ਦਾ ਸੰਸਾਰ ਲਾਲਸਾ ਨਾਲ ਭਰਿਆ ਹੋਇਆ ਹੈ। ਅੱਜ ਦੇ ਮਨੁੱਖ ਦੇ ਲਈ ਇਹ ਇੱਕ ਆਮ ਗੱਲ ਹੈ, ਪਰ ਪ੍ਰਭੂ ਯਿਸੂ ਜੀ ਨੇ ਇਸ ਨੂੰ ਟਾਲਿਆ ਨਹੀਂ। ਇਸ ਕਰਕੇ ਸਾਨੂੰ ਵੀ ਇਸ ਨੂੰ ਟਾਲਣਾ ਨਹੀਂ ਚਾਹੀਦਾ ਹੈ। ਸਾਨੂੰ ਇਸ ਦਾ ਸਾਹਮਣਾ ਕਰਨਾ ਪੈਣਾ ਸਕਦਾ ਹੈ। ਜਿਨਾਕਾਰੀ ਸਿਰਫ ਸਰੀਰ ਦੀ ਨਹੀਂ ਹੁੰਦੀ,
ਲਾਲਸਾ ਦਾ ਅਰਥ ਹੈ ਇੱਛਾ ਕਰਨਾ, ਆਨੰਦ ਦੇ ਲਈ ਇੱਛਾ ਕਰਨਾ। ਪ੍ਰਭੂ ਯਿਸੂ ਜੀ ਨੇ ਕਿਹਾ ਕਿ ਜਦੋਂ ਅਸੀਂ ਕਿਸੇ ਪਰਾਈ ਇਸਤਰੀ ਨੂੰ ਵੇਖ ਆਪਣੇ ਮਨ ਦੇ ਵਿੱਚ ਉਸ ਦੀ ਲਾਲਸਾ ਕਰਦੇ ਹਾਂ ਤਾਂ ਸਮਝੋ ਤੁਸੀਂ ਉਹ ਕੰਮ ਕਰ ਦਿੱਤਾ, ਜੋ ਕਿ ਸਹੀ ਨਹੀਂ ਹੈ। ਲਾਲਸਾ ਦੇ ਸਪਸ਼ਟੀਕਰਨ ਦੇ ਵਿੱਚ ਅਸੀਂ ਗੌਰ ਕੀਤਾ ਕਿ ਸਾਨੂੰ ਪ੍ਰੇਮ ਅਤੇ ਲਾਲਸਾ ਦੇ ਵਿੱਚ ਫਰਕ ਕਰਨਾ ਆਉਣਾ ਚਾਹੀਦਾ ਹੈ। ਕਾਮ ਵਾਸਨਾ ਲਾਲਸਾ ਹੈ। ਜਦੋਂ ਸਾਡੀ ਤੀਬਰ ਇੱਛਾ ਬੇਕਾਬੂ ਹੋ ਕੇ ਤੁਰੰਤ ਸੰਤੁਸ਼ਟੀ ਚਾਹੁੰਦੀ ਹੈ ਤਾਂ ਉਸ ਨੂੰ ਲਾਲਸਾ ਕਿਹਾ ਜਾਂਦਾ ਹੈ। ਆਪਣੇ ਸਵਾਰਥ ਦੀ ਪੂਰਤੀ ਦੇ ਲਈ ਕੀਤੀ ਗਈ ਲਾਲਸਾ ਖਤਰਨਾਕ ਹੁੰਦੀ ਹੈ। ਅਸੀਂ ਸਿੱਖਿਆ ਕਿ ਲਾਲਸਾ ਪ੍ਰੇਮ ਦੇ ਨਿਯਮ ਦਾ ਇਨਕਾਰ ਕਰਦੀ ਹੈ। ਸਾਨੂੰ ਲਾਲਸਾ ਦੇ ਪ੍ਰਤੀ ਜਾਗਰੂਕ ਰਹਿਣ ਦੀ ਜ਼ਰੂਰਤ ਹੈ ਅਤੇ ਇਸ ਨੂੰ ਨਜਿੱਠਣ ਦੇ ਲਈ ਕੁਝ ਮਹੱਤਵਪੂਰਨ ਗੱਲਾਂ ਨੂੰ ਸਮਝਣ ਦੀ ਲੋੜ ਹੈ। ਜੇਕਰ ਇਸ ਦੇ ਉੱਤੇ ਗੌਰ ਨਹੀਂ ਕੀਤਾ ਜਾਂਦਾ ਤਾਂ ਇਹ ਪਤੀ ਪਤਨੀ ਦੇ ਆਪਸੀ ਸੰਬੰਧ ਨੂੰ ਖਤਮ ਕਰ ਸਕਦੀ ਹੈ। ਲਾਲਸਾ ਕਰਨਾ ਪਾਪ ਨਹੀਂ ਹੈ, ਪਰ ਇਹ ਉਦੋਂ ਪਾਪ ਬਣ ਜਾਂਦੀ ਹੈ ਜਦੋਂ ਅਸੀਂ ਇੱਕ ਛਣ ਵਿੱਚ ਵਿਚਾਰਾਂ ਨੂੰ ਆਪਣੇ ਮਨ ਵਿੱਚ ਜਗ੍ਹਾ ਦੇ ਦਿੰਦੇ ਹਾਂ ਅਤੇ ਇਹ ਸਾਡੇ ਵਿਚਾਰਾਂ ਦੇ ਉੱਤੇ ਹਕੂਮਤ ਕਰਨ ਲੱਗ ਪੈਂਦੇ ਹੈ। ਪਰਮੇਸ਼ਰ ਦੇ ਦਾਸ ਮਾਰਟਿਨ ਲੂਥਰ ਨੇ ਇੱਕ ਵਾਰੀ ਇੱਕ ਬੜੀ ਚੰਗੀ ਗੱਲ ਆਖੀ। ਉਹਨੇ ਕਿਹਾ ਕਿ ਮੈਂ ਆਪਣੇ ਸਿਰ ਦੇ ਉੱਤੇ ਪੰਛੀਆਂ ਨੂੰ ਜਾਣ ਤੋਂ ਨਹੀਂ ਰੋਕ ਸਕਦਾ, ਪਰ ਮੈਂ ਉਹਨਾਂ ਨੂੰ ਆਪਣੇ ਸਿਰ ਦੇ ਉੱਤੇ ਘੋਂਸਲਾ ਬਣਾਉਣ ਤੋਂ ਜ਼ਰੂਰ ਰੋਕ ਸਕਦਾ ਹਾਂ। ਦੋਸਤੋ, ਸਾਨੂੰ ਵਿਸ਼ਵਾਸ ਹੈ ਕਿ ਤੁਸੀਂ ਇਹਨਾਂ ਵਚਨਾਂ ਦਾ ਲਾਭ ਪ੍ਰਾਪਤ ਕਰ ਰਹੇ ਹੋਗੇ। ਇਸ ਦੇ ਬਾਕੀ ਹਿੱਸੇ ਨੂੰ ਅਸੀਂ ਅਗਲੇ ਪ੍ਰੋਗਰਾਮ ਦੇ ਵਿੱਚ ਵੀ ਜਾਰੀ ਰੱਖਾਂਗੇ। ਹੁਣ ਸਾਨੂੰ ਇਜਾਜ਼ਤ ਦਿਓ, ਕਿਉਂਕਿ ਆਪਣੇ ਪ੍ਰੋਗਰਾਮ ਨੂੰ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ। ਅਗਲੇ ਪ੍ਰੋਗਰਾਮ ਦੇ ਵਿੱਚ ਫੇਰ ਮੁਲਾਕਾਤ ਕਰਾਂਗੇ। ਆਓ ਪ੍ਰਾਰਥਨਾ ਕਰਦੇ ਹਾਂ। ਸਾਡੇ ਅਨੁਗ੍ਰਹਕਾਰੀ ਦਿਆਲੂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਂ 'ਚ ਤੁਹਾਡੇ ਚਰਨਾਂ 'ਚ ਆਉਂਦੇ ਪ੍ਰਭੂ, ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਮਹਾਨ ਸਾਮਰਥੀ ਦਇਆ ਦੇ ਧਨੀ ਹੋ ਔਰ ਸਾਨੂੰ ਚਰਿੱਤਰਵਾਨ ਬਣਾਉਣ ਵਿੱਚ ਸਾਡੀ ਆਪਣੇ ਵਚਨ ਦੇ ਰਾਹੀਂ ਮਦਦ ਕਰਦੇ ਹੋ। ਪ੍ਰਭੂ ਜੀ, ਅੱਜ ਤੁਸੀਂ ਲਾਲਸਾ ਦੇ ਬਾਰੇ ਸਾਨੂੰ ਸਿੱਖਿਆ ਦਿੱਤੀ। ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਪ੍ਰਭੂ ਜੀ ਕਿ ਅਸੀਂ ਲਾਲਸਾ ਦੇ ਉਹਨਾਂ ਗੁਣਾਂ ਨੂੰ ਪਛਾਣ ਸਕੇ ਜਿਨ੍ਹਾਂ ਕਰਕੇ ਅਸੀਂ ਇਸ ਗੱਲ ਨੂੰ ਸਮਝ ਸਕਦੇ ਹਾਂ ਕਿ ਅਸੀਂ ਸਹੀ ਲਾਲਸਾ ਕਰ ਰਹੇ ਹਾਂ ਜਾਂ ਗਲਤ ਲਾਲਸਾ ਕਰ ਰਹੇ ਹਾਂ। ਪਿਤਾ ਪਰਮੇਸ਼ਰ, ਉਹ ਸਾਰੇ ਵਿਚਾਰ ਜਿਹੜੀ ਗਲਤ ਲਾਲਸਾ ਕਰਕੇ ਉਤਪੰਨ ਹੁੰਦੇ ਆ, ਸਾਨੂੰ ਪ੍ਰਭੂ ਜੀ ਤੁਹਾਡੇ ਤੋਂ ਦੂਰ ਲੈ ਕੇ ਜਾਂਦੇ ਆ, ਸਾਡੇ ਰਿਸ਼ਤੇ ਖਰਾਬ ਕਰਦੇ ਆ ਔਰ ਸਾਡੇ ਪਰਿਵਾਰਾਂ ਨੂੰ ਖਰਾਬ ਕਰ ਸਕਦੇ ਆ। ਪਿਤਾ ਪਰਮੇਸ਼ਰ, ਲੇਕਿਨ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਨੂੰ ਆਪਣੀ ਕਿਰਪਾ ਬਖਸ਼ੀ ਆ। ਅਸੀਂ ਤੁਹਾਡੇ ਅਨੁਗ੍ਰਹਿ ਦੇ ਦੁਆਰਾ ਇਹਨਾਂ ਤੋਂ ਬਚ ਸਕਦੇ ਹਾਂ। ਮੇਰੀ ਪ੍ਰਾਰਥਨਾ ਪਿਤਾ ਪਰਮੇਸ਼ਰ, ਤੁਹਾਡੀ ਕਿਰਪਾ ਸਾਡੇ ਉੱਤੇ ਇਸੇ ਤਰ੍ਹਾਂ ਜਾਰੀ ਰਹੇ। ਅਸੀਂ ਪ੍ਰਭੂ ਜੀ ਤੁਹਾਡੇ ਵਚਨ ਦੇ ਵਿੱਚ ਇਸੇ ਤਰ੍ਹਾਂ ਪਰਿਪੱਕ ਕੀਤੇ ਜਾਂਦੇ ਰਹੀਏ ਤਾਂ ਕਿ ਪਿਤਾ ਪਰਮੇਸ਼ਰ ਤੁਹਾਡੇ ਗੁਣ, ਤੁਹਾਡਾ ਚਰਿੱਤਰ ਸਾਡੇ ਵਿੱਚ ਆ ਸਕੇ, ਅਸੀਂ ਤੁਹਾਨੂੰ ਮਹਿਮਾ ਦੇ ਸਕੀਏ। ਯਿਸੂ ਨਾਸਰੀ ਜੀ ਦੇ ਨਾਂ 'ਚ ਮੰਗਦੇ ਹਾਂ, ਆਮੀਨ। ਜੈ ਮਸੀਹ ਦੀ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।